हाँ जी स्टूडेंट्स, लास्ट टाइम ਤੁਸੀਂ ਕੁਝ ਨੂਮੈਰੀਕਲਸ ਡਿਸਕਸ ਕੀਤੇ ਸੀ ਤੇ ਉਸ ਤੋਂ ਪਹਿਲਾਂ ਤੁਸੀਂ ਜੋ ਟੌਪਿਕ ਹੈ ਉਹ ਸਟਾਰਟ ਕੀਤਾ ਸੀ ਕਿ ਡਿਵੈਲਪਮੈਂਟਸ ਲੀਡਿੰਗ ਟੂ ਬੋਹਰਜ਼ ਮਾਡਲ ਆਫ ਐਟਮ। ਇਹ ਬੋਹਰ ਦੇ ਐਟੋਮਿਕ ਮਾਡਲ ਦੇ ਲਈ ਫਿਰ ਕਿਹੜੀਆਂ-ਕਿਹੜੀਆਂ ਡਿਵੈਲਪਮੈਂਟਸ ਜਿਹੜੀਆਂ ਕੀਤੀਆਂ ਗਈਆਂ ਤਾਂ ਜੋ ਉਸ ਤੋਂ ਪਹਿਲਾਂ ਰਦਰਫੋਰਡ ਨੇ ਜੋ ਐਟੋਮਿਕ ਮਾਡਲ ਦਿੱਤਾ ਸੀ ਉਹਦੇ ਵਿੱਚ ਜੋ ਕਮੀਆਂ ਰਹਿ ਗਈਆਂ ਸੀ ਉਹਨਾਂ ਨੂੰ ਕਿਵੇਂ ਪੂਰਾ ਕੀਤਾ ਜਾ ਸਕਦਾ ਉਹਨਾਂ ਡਿਵੈਲਪਮੈਂਟਸ ਦੇ ਵਿੱਚ ਦੱਸਿਆ ਗਿਆ ਸੀ। ਜਿਹਦੇ 'ਚ ਫਸਟ ਤੁਸੀਂ ਡਿਵੈਲਪਮੈਂਟ ਜੋ ਡਿਸਕਸ ਕੀਤੀ ਸੀ ਉਹ ਹੈ ਡਿਊਲ ਕਰੈਕਟਰ ਆਫ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨਸ। ਸੋ ਉਹਦੇ ਲਈ ਤੁਸੀਂ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨਸ ਪੜ੍ਹੀਆਂ ਤੇ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨਸ ਦੀਆਂ ਕੁਝ ਪ੍ਰੋਪਰਟੀਜ਼ ਪੜ੍ਹੀਆਂ ਤੁਸੀਂ ਕਿ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨਸ ਉਹਨਾਂ ਦੀ ਵੇਵ ਲੈਂਥ ਹੁੰਦੀ ਹੈ, ਉਹਨਾਂ ਦੀ ਫਰੀਕੁਐਂਸੀ ਹੁੰਦੀ ਹੈ, ਵੇਵ ਨੰਬਰ ਕੈਲਕੂਲੇਟ ਕੀਤਾ ਜਾ ਸਕਦਾ ਹੈ ਤੇ ਉੱਥੋਂ ਫਿਰ ਇੱਕ ਕਰੈਕਟਰ ਜੋ ਹੈ ਉਹਨਾਂ ਦਾ ਇਹ ਪਤਾ ਚੱਲ ਜਾਂਦਾ ਸਾਨੂੰ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨਸ ਦਾ ਕਿ ਇਹ ਵੇਵਸ ਦੀ ਤਰ੍ਹਾਂ ਬਿਹੇਵ ਕਰਦੀਆਂ ਨੇ, ਵੇਵ ਨੇਚਰ ਹੁੰਦਾ ਇਹਨਾਂ ਦਾ। ਬਟ ਤੁਸੀਂ ਟੌਪਿਕ ਡਿਸਕਸ ਕਰਨਾ ਸੀ ਡਿਊਲ ਨੇਚਰ ਆਫ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨਸ। ਡਿਊਲ ਨੇਚਰ ਦੇ ਵਿੱਚ ਦੋ ਟੌਪਿਕ ਆਉਂਦੇ ਆ, ਇੱਕ ਵੇਵ ਨੇਚਰ ਤੇ ਇੱਕ ਪਾਰਟੀਕਲ ਨੇਚਰ। ਕਿ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨਸ ਦਾ ਵੇਵ ਨੇਚਰ ਹੁੰਦਾ ਕਿ ਵੇਵਸ ਦੀ ਤਰ੍ਹਾਂ ਬਿਹੇਵ ਕਰਦੀਆਂ ਨੇ, ਤੇ ਦੂਜਾ ਪਾਰਟੀਕਲ ਨੇਚਰ ਕਿ ਜਿਵੇਂ ਕੋਈ ਪਾਰਟੀਕਲਸ ਜਿਹੜੇ ਨੇ ਉਹ ਬਿਹੇਵ ਕਰਦੇ ਨੇ ਕਿ ਕਿਸੇ ਸਬਸਟੈਂਸ ਦੇ ਉੱਤੇ ਜਾ ਕੇ ਹਿੱਟ ਕਰਨ ਤਾਂ ਪਤਾ ਚੱਲਦਾ ਹੈ ਕਿ ਕੋਈ ਚੀਜ਼ ਜੋ ਹੈ ਹਿੱਟ ਕੀਤੀ ਹੈ, ਪਾਰਟੀਕਲਸ ਵੱਜੇ ਨੇ ਕੁਛ ਨਾ ਕੁਛ। ਸੋ ਪਾਰਟੀਕਲ ਨੇਚਰ ਜੋ ਹੈ ਉਹ ਆਪਾਂ ਹੁਣ ਇੱਥੇ ਨੈਕਸਟ ਟੌਪਿਕ ਡਿਸਕਸ ਕਰਾਂਗੇ। ਵੇਵ ਨੇਚਰ ਜੋ ਹੈ ਉਹ ਪ੍ਰੋਪਰਟੀਜ਼ ਤੋਂ ਪਤਾ ਚੱਲ ਜਾਂਦਾ ਹੈ ਕਿ ਜੋ ਵੇਵਸ ਨੇ ਉਹਨਾਂ ਦੀ ਵੇਵ ਲੈਂਥ ਵੀ ਹੁੰਦੀ ਹੈ, ਫਰੀਕੁਐਂਸੀ ਹੁੰਦੀ ਹੈ, ਵੇਵ ਨੰਬਰ ਹੁੰਦਾ, ਵੈਲੋਸਿਟੀ ਹੁੰਦੀ ਹੈ ਉਹਨਾਂ ਦੀ। ਸੋ ਉਹ ਟੌਪਿਕ ਤੁਸੀਂ ਡਿਸਕਸ ਕਰ ਲਏ ਹੈ। ਸੋ ਨੈਕਸਟ ਜੋ ਟੌਪਿਕ ਆਪਾਂ ਡਿਸਕਸ ਕਰਾਂਗੇ ਇਹ ਹੈ ਹੁਣ ਸਾਡੇ ਕੋਲ ਐਕਸਪੈਰੀਮੈਂਟਲ ਵੈਰੀਫਿਕੇਸ਼ਨ ਫॉर द ਪਾਰਟੀਕਲ ਨੇਚਰ ਆਫ ਇਲੈਕਟ੍ਰੋਮੈਗਨੈਟਿਕ ਵੇਵਸ। ਕਿ ਜਿਹੜੀਆਂ ਇਲੈਕਟ੍ਰੋਮੈਗਨੈਟਿਕ ਵੇਵਸ ਨੇ ਇਹਨਾਂ ਦਾ ਪਾਰਟੀਕਲ ਨੇਚਰ ਕਿਵੇਂ ਹੁੰਦਾ ਉਹਦੇ ਲਈ ਇੱਕ ਐਕਸਪੈਰੀਮੈਂਟ ਜੋ ਹੈ ਇੱਥੇ ਕਰਕੇ ਸ਼ੋਅ ਕੀਤਾ ਜਾਂਦਾ ਕਿ ਇਲੈਕਟ੍ਰੋਮੈਗਨੈਟਿਕ ਵੇਵਸ ਜਿਹੜੀਆਂ ਨੇ ਉਹਨਾਂ ਦਾ ਵਾਕਈ ਡਿਊਲ ਕਰੈਕਟਰ ਹੈ ਕਿ ਉਹਨਾਂ ਦਾ ਵੇਵ ਨੇਚਰ ਵੀ ਹੈ ਤੇ ਨਾਲ ਦੀ ਨਾਲ ਉਹਨਾਂ ਦਾ ਪਾਰਟੀਕਲ ਨੇਚਰ ਵੀ ਹੁੰਦਾ। ਸੋ ਪਾਰਟੀਕਲ ਨੇਚਰ ਦੇ ਲਈ ਹੁਣ ਆਪਾਂ ਇੱਥੇ ਇੱਕ ਐਕਸਪੈਰੀਮੈਂਟ ਡਿਸਕਸ ਕਰਾਂਗੇ। ਲਿਖਿਆ ਹੋਇਆ ਪਹਿਲਾਂ the particle nature of electromagnetic radiations is verified by a scientist H. Hertz in 1887। ਕਹਿੰਦੇ ਜਿਹੜੀਆਂ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨਸ ਨੇ ਇਹਨਾਂ ਦਾ ਪਾਰਟੀਕਲ ਨੇਚਰ ਵੈਰੀਫਾਈ ਕੀਤਾ ਗਿਆ ਇੱਕ ਸਾਇੰਟਿਸਟ ਦੇ ਦੁਆਰਾ ਜਿਸ ਦਾ ਨਾਮ ਸੀ ਐਚ ਹਰਟਸ। ਉਹਨੇ 1887 ਦੇ ਵਿੱਚ ਉਹਨਾਂ ਦਾ ਪਾਰਟੀਕਲ ਨੇਚਰ ਜੋ ਹੈ ਉਹ ਵੈਰੀਫਾਈ ਕੀਤਾ। ਹੀ ਪਰਫਾਰਮਡ ਅ ਵੈਰੀ ਇੰਟਰਸਟਿੰਗ ਐਕਸਪੈਰੀਮੈਂਟ ਵਿਚ ਇਜ਼ ਨੋਨ ਐਜ਼ ਫੋਟੋ ਇਲੈਕਟ੍ਰਿਕ ਇਫੈਕਟ। ਉਹਨੇ ਇੱਕ ਬਹੁਤ ਇੰਪੋਰਟੈਂਟ ਜੋ ਹੈ ਐਕਸਪੈਰੀਮੈਂਟ ਉਹਨੇ ਪਰਫਾਰਮ ਕੀਤਾ ਜਿਹਦਾ ਨਾਮ ਸੀ ਫੋਟੋ ਇਲੈਕਟ੍ਰਿਕ ਇਫੈਕਟ। ਤੇ ਹੁਣ ਇੱਥੇ ਇਹ ਟੌਪਿਕ ਸਟਾਰਟ ਹੋ ਗਿਆ। ਹੁਣ ਸਾਡੇ ਕੋਲ ਫੋਟੋ ਇਲੈਕਟ੍ਰਿਕ ਇਫੈਕਟ ਬੜਾ ਇੰਪੋਰਟੈਂਟ ਟੌਪਿਕ ਹੈ, ਤੁਹਾਡੇ ਪੇਪਰਾਂ 'ਚ ਵੀ ਆ ਜਾਂਦਾ। ਸੋ ਡੈਫੀਨੇਸ਼ਨ ਪਹਿਲਾਂ ਤਾਂ ਇਹਦੀ ਫੋਟੋ ਇਲੈਕਟ੍ਰਿਕ ਇਫੈਕਟ ਕਿਹਨੂੰ ਕਹਿੰਦੇ ਆ? ਦ ਫਿਨੋਮੀਨਾ ਆਫ ਇਜੈਕਸ਼ਨ ਆਫ ਇਲੈਕਟ੍ਰੋਨਸ from the surface of a metal when a light of suitable frequency strikes on the surface of the metal is known as photoelectric effect। ਉਹ ਫਿਨੋਮੀਨਾ ਜਾਂ ਉਹ ਸਾਡੇ ਕੋਲ ਕਹਿੰਦੇ ਸਿਸਟਮ ਜਿਹਦੇ ਵਿੱਚ ਇਲੈਕਟ੍ਰੋਨਸ ਜਿਹੜੇ ਨੇ ਇਜੈਕਟ ਹੁੰਦੇ ਆ, ਬਾਹਰ ਨਿਕਲਦੇ ਆ ਕਿਸੇ ਵੀ ਮੈਟਲ ਦੇ ਸਰਫੇਸ ਦੇ ਉੱਤੋਂ, ਫਰੋਮ ਦਾ ਸਰਫੇਸ ਆਫ ਏ ਮੈਟਲ। ਕਦੋਂ ਬਾਹਰ ਨਿਕਲਦੇ ਆ? when light of suitable frequency strikes on the surface of the metal। ਕਿ ਜਦੋਂ ਮੈਟਲ ਦੇ ਸਰਫੇਸ ਦੇ ਉੱਤੇ ਕਿਸੇ ਸੂਟੇਬਲ ਫਰੀਕੁਐਂਸੀ ਦੀ ਲਾਈਟ ਹਿੱਟ ਕਰਦੀ ਹੈ, ਜਾ ਕੇ ਸਟਰਾਈਕ ਕਰਦੀ ਹੈ, ਤਾਂ ਉਹਦੇ ਵਿੱਚੋਂ ਇਲੈਕਟ੍ਰੋਨਸ ਬਾਹਰ ਨਿਕਲਣੇ ਸ਼ੁਰੂ ਹੋ ਜਾਂਦੇ ਆ। ਇਸ ਫਿਨੋਮੀਨਾ ਨੂੰ ਫੋਟੋ ਇਲੈਕਟ੍ਰਿਕ ਇਫੈਕਟ ਦਾ ਨਾਮ ਦਿੱਤਾ ਜਾਂਦਾ ਹੈ। ਅਤੇ ਇਹਦੀ ਹੁਣ ਐਕਸਪੈਰੀਮੈਂਟਲ ਵੈਰੀਫਿਕੇਸ਼ਨ ਇੱਥੇ ਕਰਾਂਗੇ ਫੋਟੋ ਇਲੈਕਟ੍ਰਿਕ ਇਫੈਕਟ ਦੀ। ਆ ਲਿਖਿਆ ਹੋਇਆ ਐਕਸਪੈਰੀਮੈਂਟਲ ਵੈਰੀਫਿਕੇਸ਼ਨ। ਆ ਇੱਕ ਡਿਸਚਾਰਜ ਟਿਊਬ ਲੈ ਲਈ, ਉਸੇ ਤਰ੍ਹਾਂ ਬੰਦ ਕਰ ਲਿਆ ਇਹਨੂੰ। ਇਹਦੇ ਵਿੱਚ ਇੱਕ ਪਾਸੇ ਆਹ ਇੱਕ ਮੈਟਲ ਦੀ ਪੱਤੀ ਰੱਖ ਲਈ, ਕੋਈ ਮੈਟਲ ਫੋਇਲ ਪੱਤੀ ਨੂੰ ਕਹਿੰਦੇ ਆ, ਕੋਈ ਬਹੁਤ ਪਤਲੀ ਜੀ ਮੈਟਲ ਜੋ ਹੈ ਉਸ ਦੀ ਪੱਤੀ ਰੱਖ ਲਈ। ਅਤੇ ਦੂਜੇ ਪਾਸੇ ਆ ਇੱਕ ਇਲੈਕਟ੍ਰੋਡ ਲਗਾਤਾ ਜਿਹਨੂੰ ਡਿਟੈਕਟਰ ਦਾ ਨਾਮ ਦਿੱਤਾ ਗਿਆ। ਡਿਟੈਕਟਰ ਜਿਹੜਾ ਡਿਟੈਕਟ ਕਰਦਾ ਕਿ ਸਾਹਮਣੇ ਤੋਂ ਕਿਹੜੀ ਚੀਜ਼ ਆ ਰਹੀ ਹੈ। ਅਤੇ ਇਹ ਜੋ ਮੈਟਲ ਦਾ ਸਰਫੇਸ ਹੈ ਇਹਨੂੰ ਇੱਧਰੋਂ ਵਾਇਰ ਦੇ ਥਰੂ ਬੈਟਰੀ ਦੇ ਨਾਲ ਅਟੈਚ ਕਰ ਦਿੱਤਾ, ਨੈਗੇਟਿਵ ਟਰਮੀਨਲ ਦੇ ਨਾਲ। ਅਤੇ ਦੂਜੇ ਪਾਸੇ ਆ ਪੋਜ਼ੀਟਿਵ ਟਰਮੀਨਲ ਇਹਦੇ ਨਾਲ ਐਮੀਟਰ ਅਟੈਚ ਕਰ ਦਿੱਤਾ ਅਤੇ ਇਹਨੂੰ ਇਸ ਡਿਟੈਕਟਰ ਦੇ ਨਾਲ ਅਟੈਚ ਕਰ ਦਿੱਤਾ। ਅਤੇ ਇੱਥੇ ਇੱਕ ਸੋਰਸ ਆਫ ਲਾਈਟ ਰੱਖਿਆ ਹੋਇਆ, ਕੋਈ ਵੀ ਲਾਈਟ, ਚਾਹੇ ਕੋਈ ਟਾਰਚ ਕਹਿ ਲਈਏ, ਬਲਬ ਕਹਿ ਲਈਏ ਆਪਾਂ, ਇਹੋ ਜਿਹਾ ਸੋਰਸ ਆਫ ਲਾਈਟ ਹੈ। ਹੁੰਦਾ ਕੀ ਹੈ ਕਿ ਪਹਿਲਾਂ ਇੱਥੇ ਆਹ ਇਲੈਕਟ੍ਰੋਨ ਇਸ ਤਰ੍ਹਾਂ ਸ਼ੋਅ ਕੀਤੇ ਹੋਏ ਆ। ਜਦੋਂ ਪਹਿਲਾਂ ਆ ਸੋਰਸ ਆਫ ਲਾਈਟ ਇੱਥੇ ਨਹੀਂ ਹੁੰਦਾ ਤਾਂ ਖਾਲੀ ਹੁੰਦਾ,
ਇੱਥੇ ਐਮੀਟਰ ਜੋ ਹੈ ਇਹ ਕੋਈ ਵੀ ਡਿਫਲੈਕਸ਼ਨ ਨਹੀਂ ਸ਼ੋ ਕਰਦਾ। ਜਦੋਂ ਸੋਰਸ ਆਫ ਲਾਈਟ ਤੋਂ ਲਾਈਟ ਇੱਥੇ ਹਿੱਟ ਕਰਵਾਈ ਜਾਂਦੀ ਹੈ ਤਾਂ ਇੱਕਦਮ ਦੇਖਿਆ ਜਾਂਦਾ ਹੈ ਕਿ ਜੋ ਐਮੀਟਰ ਹੈ ਉਹ ਕਰੰਟ ਦੀ ਡਿਫਲੈਕਸ਼ਨ ਦੇਣੀ ਸ਼ੁਰੂ ਕਰ ਦਿੰਦਾ, ਮੀਨਸ ਕਰੰਟ ਸ਼ੋ ਕਰਨਾ ਸ਼ੁਰੂ ਕਰ ਦਿੰਦਾ ਕਿ ਕਰੰਟ ਜੋ ਹੈ ਉਹ ਆਉਣਾ ਸ਼ੁਰੂ ਹੋ ਗਿਆ। ਜਦ ਕਿ ਪਹਿਲਾਂ ਵੀ ਬੈਟਰੀ ਲੱਗੀ ਹੋਈ ਸੀ ਬਟ ਸੋਰਸ ਆਫ ਲਾਈਟ ਨਹੀਂ ਕੋਈ ਲਗਾਇਆ। ਜਿਵੇਂ ਸੋਰਸ ਆਫ ਲਾਈਟ ਤੋਂ ਲਾਈਟ ਇੱਥੇ ਹਿੱਟ ਕਰਵਾਈ ਉਸੇ ਸਮੇਂ ਐਮੀਟਰ ਨੇ ਕਰੰਟ ਦੀ ਡਿਫਲੈਕਸ਼ਨ ਦੇਣੀ ਸ਼ੁਰੂ ਕਰ ਦਿੱਤੀ। ਮੀਨਸ ਆ ਸਰਕਟ ਜੋ ਖਾਲੀ ਸੀ ਇਹ ਕੰਪਲੀਟ ਹੋ ਗਿਆ। ਕਿਉਂ ਕੰਪਲੀਟ ਹੋਇਆ? ਦੇਖਿਆ ਗਿਆ ਕਿ ਜਦੋਂ ਇਸ ਮੈਟਲ ਦੇ ਸਰਫੇਸ ਦੇ ਉੱਤੇ ਲਾਈਟ ਹਿੱਟ ਕੀਤੀ ਇਹਦੇ ਵਿੱਚੋਂ ਇਲੈਕਟ੍ਰੋਨਸ ਬਾਹਰ ਨਿਕਲਣੇ ਸ਼ੁਰੂ ਹੋਏ ਤੇ ਉਹ ਡਿਟੈਕਟਰ ਨੇ ਡਿਟੈਕਟ ਕੀਤੇ ਕਿ ਇਹਦੇ ਵਿੱਚੋਂ ਨੈਗੇਟਿਵਲੀ ਚਾਰਜਡ ਪਾਰਟੀਕਲਸ ਇਲੈਕਟ੍ਰੋਨ ਆਏ ਹੈ। ਸਰਕਟ ਕੰਪਲੀਟ ਹੋ ਗਿਆ ਤੇ ਜਿਹਦੇ ਕਰਕੇ ਐਮੀਟਰ ਨੇ ਕਰੰਟ ਜੋ ਹੈ ਉਹ ਸ਼ੋ ਕਰਨਾ ਸ਼ੁਰੂ ਕਰ ਦਿੱਤਾ ਕਿ ਵਾਕਈ ਕਰੰਟ ਹੁਣ ਪ੍ਰੋਡਿਊਸ ਹੋ ਗਿਆ। ਸੋ ਆ ਜੋ ਫਿਨੋਮੀਨਾ ਹੈ ਕਿ ਜਦੋਂ ਸੂਟੇਬਲ ਫ੍ਰੀਕੁਐਂਸੀ ਦੀ ਲਾਈਟ ਇਸ ਮੈਟਲ ਦੇ ਸਰਫੇਸ ਦੇ ਉੱਤੇ ਹਿੱਟ ਕੀਤੀ ਤਾਂ ਇਹਦੇ ਵਿੱਚੋਂ ਇਲੈਕਟ੍ਰੋਨਸ ਬਾਹਰ ਆਉਣੇ ਸ਼ੁਰੂ ਹੋ ਗਏ। ਸੋ ਇਹ ਜੋ ਹੈ ਸਾਡੇ ਕੋਲ ਫਿਰ ਫੋਟੋ ਇਲੈਕਟ੍ਰਿਕ ਇਫੈਕਟ ਹੋ ਗਿਆ। ਦ ਫਿਨੋਮੀਨਾ ਆਫ ਇਜੈਕਸ਼ਨ ਆਫ ਇਲੈਕਟ੍ਰੋਨਸ ਫਰੋਮ ਦ ਸਰਫੇਸ ਆਫ ਮੈਟਲ ਵੈਨ ਲਾਈਟ ਆਫ ਸੂਟੇਬਲ ਫ੍ਰੀਕੁਐਂਸੀ ਸਟ੍ਰਾਈਕਸ ਔਨ ਦ ਸਰਫੇਸ ਆਫ ਦ ਮੈਟਲ। ਸੋ ਇਹ ਫੋਟੋ ਇਲੈਕਟ੍ਰਿਕ ਇਫੈਕਟ ਜੋ ਹੈ ਇੱਥੇ ਡਾਇਗਰਾਮ ਦੇ ਵਿੱਚ ਸ਼ੋ ਕੀਤਾ ਗਿਆ। ਤੇ ਇੱਥੇ ਆਪਰੇਟਸ ਦੇ ਬਾਰੇ ਲਿਖਿਆ ਹੋਇਆ, ਦ ਆਪਰੇਟਸ ਕੰਸਿਸਟ ਆਫ ਏ ਸੈੱਲ which contains two electrodes connected to an external circuit with a battery and an ammeter। ਸੋ ਦੱਸਿਆ ਹੋਇਆ ਕਿ ਇੱਕ ਸੈੱਲ ਹੈ ਜਾਂ ਇਹ ਕਹਿ ਸਕਦੇ ਹਾਂ ਕਿ ਇੱਕ ਚੈਂਬਰ ਲਿਆ ਹੋਇਆ। ਸੋ ਉਹਦੇ ਵਿੱਚ ਦੋ ਇਲੈਕਟ੍ਰੋਡ ਲਗਾਏ ਹੋਏ, ਇੱਕ ਮੈਟਲ ਦੀ ਫੋਇਲ ਤੇ ਦੂਜਾ ਇਸ ਪਾਸੇ ਡਿਟੈਕਟਰ, ਉਹਨਾਂ ਨੂੰ ਬੈਟਰੀ ਤੇ ਐਮੀਟਰ ਦੇ ਥਰੂ ਅਟੈਚ ਕੀਤਾ ਹੋਇਆ। The metal surface that exhibits photoelectric effect is made negative electrode। ਕਹਿੰਦੇ ਉਹ ਮੈਟਲ ਸਰਫੇਸ ਜਿਹੜਾ ਫੋਟੋ ਇਲੈਕਟ੍ਰਿਕ ਇਫੈਕਟ ਸ਼ੋ ਕਰਦਾ ਹੈ ਉਸ ਨੂੰ ਨੈਗੇਟਿਵ ਇਲੈਕਟ੍ਰੋਡ ਬਣਾਇਆ ਗਿਆ। ਵਾਈਲ ਦਾ ਅਦਰ ਇਲੈਕਟ੍ਰੋਡ ਵਿਚ ਇਜ਼ ਯੂਜ਼ਡ ਐਜ਼ ਏ ਡਿਟੈਕਟਰ ਇਜ਼ ਮੇਡ ਪੋਜ਼ਿਟਿਵ ਇਲੈਕਟ੍ਰੋਡ। ਜਦ ਕਿ ਦੂਜਾ ਇਲੈਕਟ੍ਰੋਡ ਜਿਹਨੂੰ ਡਿਟੈਕਟਰ ਦਾ ਨਾਮ ਦਿੱਤਾ ਗਿਆ ਉਹਨੂੰ ਪੋਜ਼ਿਟਿਵ ਇਲੈਕਟ੍ਰੋਡ ਬਣਾਇਆ ਗਿਆ ਕਿਉਂਕਿ ਇਹਨੂੰ ਪੋਜ਼ਿਟਿਵ ਟਰਮੀਨਲ ਦੇ ਨਾਲ ਅਟੈਚ ਕੀਤਾ ਗਿਆ। ਫਿਰ ਵਰਕਿੰਗ ਕਿਵੇਂ ਹੁੰਦੀ ਹੈ ਇਹਦੀ ਫੋਟੋ ਇਲੈਕਟ੍ਰਿਕ ਇਫੈਕਟ ਦੇ ਵਿੱਚ? When a light of suitable frequency strikes on the surface of metal then the electrons are ejected from its surface। ਜਦੋਂ ਕਹਿੰਦੇ ਸੂਟੇਬਲ ਫ੍ਰੀਕੁਐਂਸੀ ਦੀ ਲਾਈਟ ਹਿੱਟ ਕਰਦੀ ਹੈ ਜਾ ਕੇ ਮੈਟਲ ਦੇ ਸਰਫੇਸ ਦੇ ਉੱਤੇ ਤਾਂ ਉਸ ਦੇ ਵਿੱਚੋਂ ਇਲੈਕਟ੍ਰੋਨਸ ਬਾਹਰ ਨਿਕਲਣੇ ਸ਼ੁਰੂ ਹੋ ਜਾਂਦੇ ਆ ਐਂਡ ਮੂਵ ਟੁਵਰਡ ਪੋਜ਼ਿਟਿਵ ਇਲੈਕਟ੍ਰੋਡ, ਤੇ ਪੋਜ਼ਿਟਿਵ ਇਲੈਕਟ੍ਰੋਡ ਡਿਟੈਕਟਰ ਦੀ ਤਰਫ ਜਾਣੇ ਸ਼ੁਰੂ ਹੋ ਜਾਂਦੇ ਆ। then the current starts flowing through the circuit which is shown with the help of an ammeter। ਇੱਥੇ ਵਿਦ ਲਿਖਣਾ which is shown with the help of an ammeter। ਇਹ ਡਬਲ ਐਮ ਆਉਂਦਾ ਇੱਥੇ ਐਮੀਟਰ। ਸੋ ਇਸ ਤਰ੍ਹਾਂ ਇਹ ਐਮੀਟਰ ਦੀ ਹੈਲਪ ਦੇ ਨਾਲ ਫਿਰ ਇਹ ਸ਼ੋ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਕੀ ਹੁੰਦਾ ਹੈ ਦ ਇੰਪੋਰਟੈਂਟ ਆਬਜ਼ਰਵੇਸ਼ਨਸ ਫਰੋਮ ਫੋਟੋ ਇਲੈਕਟ੍ਰਿਕ ਇਫੈਕਟ। ਸੋ ਆਬਜ਼ਰਵੇਸ਼ਨਸ ਕੀ ਫਿਰ ਇਸ ਤੋਂ ਦੇਖੀਆਂ ਜਾਂਦੀਆਂ ਨੇ ਫੋਟੋ ਇਲੈਕਟ੍ਰਿਕ ਇਫੈਕਟ ਤੋਂ। The electrons are ejected from the metal surface as soon as the beam of light strikes the metal surface। ਕਹਿੰਦੇ ਜਿਵੇਂ ਹੀ ਬੀਮ ਜਿਹੜਾ ਹੈ ਲਾਈਟ ਦਾ ਉਹ ਮੈਟਲ ਦੇ ਸਰਫੇਸ ਦੇ ਉੱਤੇ ਜਾ ਕੇ ਹਿੱਟ ਕਰਦਾ ਹੈ ਉਸੇ ਸਮੇਂ ਇਲੈਕਟ੍ਰੋਨਸ ਉਹਦੇ ਚੋਂ ਬਾਹਰ ਨਿਕਲਣੇ ਸ਼ੁਰੂ ਹੋ ਜਾਂਦੇ ਆ। ਮੀਨਸ देयर इज़ नो टाइम गैप, मतलब कोई टाइम गैप नहीं है ਇਹਦੇ ਵਿੱਚ ਕਿ ਹੌਲੀ ਹੌਲੀ ਕਿ ਜੋ ਹੈ ਉਹ ਮੈਟਲ ਦੇ ਸਰਫੇਸ ਦੇ ਉੱਤੇ ਲਾਈਟ ਹਿੱਟ ਕੀਤੀ ਫਿਰ ਹੌਲੀ ਹੌਲੀ ਇਲੈਕਟ੍ਰੋਨ ਅੱਗੇ ਗਏ ਜਾਂ ਇਸ ਤਰ੍ਹਾਂ ਮਤਲਬ ਉਹ ਹੈ ਸਰਕਟ ਕੰਪਲੀਟ ਹੋਇਆ। ਨਹੀਂ, ਇਸ ਤਰ੍ਹਾਂ ਕੋਈ ਟਾਈਮ ਦਾ ਗੈਪ ਨਹੀਂ ਹੁੰਦਾ। ਇੱਕਦਮ ਜਿਵੇਂ ਲਾਈਟ ਹਿੱਟ ਕਰਦੀ ਹੈ ਜਾ ਕੇ ਮੈਟਲ ਦੇ ਸਰਫੇਸ ਦੇ ਉੱਤੇ ਐਮੀਟਰ ਉਸੇ ਸਮੇਂ ਕਰੰਟ ਦੀ ਡਿਫਲੈਕਸ਼ਨ ਦੇਣੀ ਸ਼ੁਰੂ ਕਰ ਦਿੰਦਾ। ਮੀਨਸ ਕੋਈ ਵੀ ਟਾਈਮ ਗੈਪ ਉੱਥੇ ਨਹੀਂ ਹੁੰਦਾ। ਫॉर ਈਚ ਮੈਟਲ certain minimum frequency of light is needed to eject the electrons which is called threshold frequency। ਕਹਿੰਦੇ ਹਰ ਇੱਕ ਮੈਟਲ ਦੀ ਆਪਣੀ ਵੱਖਰੀ ਵੱਖਰੀ ਫ੍ਰੀਕੁਐਂਸੀ ਹੁੰਦੀ ਹੈ ਕਿ ਉਹਦੇ ਵਿੱਚੋਂ ਇਲੈਕਟ੍ਰੋਨਸ ਨੂੰ ਬਾਹਰ ਕੱਢਣ ਦੇ ਲਈ ਕਿੰਨੀ ਫ੍ਰੀਕੁਐਂਸੀ ਦੀ ਲਾਈਟ ਚਾਹੀਦੀ ਹੈ। ਕੋਈ ਸੌਫਟ ਮੈਟਲ ਹੈ ਉਹਦੇ ਲਈ ਜੋ ਹੈ ਘੱਟ ਫ੍ਰੀਕੁਐਂਸੀ ਵਾਲੀ ਲਾਈਟ ਵੀ ਚੱਲ ਜਾਏਗੀ। ਕੋਈ ਹਾਰਡ ਮੈਟਲ ਹੈ ਥੋੜ੍ਹਾ ਜਿਹਾ ਤਾਂ ਉਹਦੇ ਲਈ ज़्यादा फ्रीकुएंसी वाली लाइट चाहिए ਉਹਦੇ ਵਿੱਚੋਂ ਇਲੈਕਟ੍ਰੋਨਸ ਨੂੰ ਬਾਹਰ ਕੱਢਣ ਦੇ ਲਈ। ਨੈਕਸਟ the kinetic energy of the ejected electrons is directly proportional to the frequency of incident light। कि जो लाइट हिट करवाई जा रही है जिन्नी उसकी फ्रीकुएंसी होएगी उन्नी ही ज़्यादा स्पीड के नाल जिहड़े इलैक्ट्रॉन्स ने वो बाहर निकलणगे। काइनैटिक एनर्जी हुंदी है मूवमेंट की एनर्जी। इलैक्ट्रॉन्स उन्नी छेती बाहर निकलणगे जिन्नी ज़्यादा फ्रीकुएंसी की लाइट उहदे उत्ते हिट करवाई जाएगी। सो यह है फोटो इलैक्ट्रिक इफैक्ट जिस दे विच सानूं ये चीज़ पता चलती है कि ये जो
ਸੋਰਸ ਆਫ ਲਾਈਟ ਤੋਂ ਲਾਈਟ ਆਈ, ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਆਈ, ਇਹਦੇ ਵਿੱਚ ਕੁਝ ਪਾਰਟੀਕਲਸ ਪ੍ਰੈਜ਼ੈਂਟ ਸੀ, ਤਾਂ ਹੀ ਜਦੋਂ ਇਹ ਇਹਦੇ ਉੱਤੇ ਮੈਟਲ ਦੇ ਸਰਫੇਸ ਦੇ ਉੱਤੇ ਜਾ ਕੇ ਹਿੱਟ ਕੀਤੀ ਤਾਂ ਇਹਨੇ ਇਲੈਕਟ੍ਰੋਨਸ ਨੂੰ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ। ਜੇ ਇਸ ਰੇਡੀਏਸ਼ਨ ਦੇ ਵਿੱਚ ਪਾਰਟੀਕਲਸ ਨਾ ਹੁੰਦੇ ਤਾਂ ਇਲੈਕਟ੍ਰੋਨਸ ਬਾਹਰ ਨਹੀਂ ਨਿਕਲਣੇ ਸੀ। ਸੋ ਇੱਥੋਂ ਫਿਰ ਇਹ ਐਕਸਪੈਰੀਮੈਂਟਲ ਵੈਰੀਫਿਕੇਸ਼ਨ ਕੀਤੀ ਜਾਂਦੀ ਹੈ ਕਿ ਜਿਹੜੀਆਂ ਇਲੈਕਟ੍ਰੋਮੈਗਨੈਟਿਕ ਵੇਵਸ ਨੇ ਉਹਨਾਂ ਦਾ ਪਾਰਟੀਕਲ ਨੇਚਰ ਹੁੰਦਾ। ਸੋ ਇੱਥੇ ਫਸਟ ਜੋ ਹੈ ਡਿਵੈਲਪਮੈਂਟ ਉਹ ਇੱਥੇ ਤੁਹਾਡੀ ਕੰਪਲੀਟ ਹੁੰਦੀ ਹੈ ਕਿ ਜਿਹੜੀਆਂ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨਸ ਨੇ ਉਹਨਾਂ ਦਾ ਵੇਵ ਨੇਚਰ ਵੀ ਹੈ। ਮੈਂ ਤੁਹਾਨੂੰ ਦੱਸਿਆ ਕਿ ਵੇਵ ਨੇਚਰ ਉਹਨਾਂ ਦੀਆਂ ਪ੍ਰੋਪਰਟੀਜ਼ ਤੋਂ ਪਤਾ ਚੱਲ ਜਾਂਦਾ ਹੈ, ਕਿਉਂਕਿ ਜਿਹੜੀਆਂ ਵੇਵਸ ਨੇ ਉਹਨਾਂ ਦੀ ਹੀ ਵੇਵ ਲੈਂਥ ਹੁੰਦੀ ਹੈ, ਉਹਨਾਂ ਦੀ ਹੀ ਫਰੀਕੁਐਂਸੀ ਹੁੰਦੀ ਹੈ, ਉਹਨਾਂ ਦੀ ਹੀ ਵੈਲੋਸਿਟੀ ਹੁੰਦੀ ਹੈ, ਉਹਨਾਂ ਦਾ ਹੀ ਐਂਪਲੀਟਿਊਡ ਹੁੰਦਾ ਹੈ। ਸੋ ਉੱਥੋਂ ਵੇਵ ਨੇਚਰ ਪਤਾ ਚੱਲ ਜਾਂਦਾ ਹੈ ਤੇ ਪਾਰਟੀਕਲ ਨੇਚਰ ਆਪਾਂ ਇਸ ਐਕਸਪੈਰੀਮੈਂਟ ਤੋਂ ਇਹਨਾਂ ਦਾ ਡਿਸਕਸ ਕਰ ਲਿਆ। ਸੋ ਅੱਜ ਦੇ ਲਈ ਇੰਨੇ ਟੌਪਿਕ ਸੀ। ਨੈਕਸਟ ਟੌਪਿਕ ਜੋ ਹੈ ਤੁਹਾਡਾ ਉਹ ਨੈਕਸਟ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ। ਥੈਂਕ ਯੂ।